ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ। ਅਸੀਂ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਜਿਸ ਨੇ ਅੱਜ ਤੱਕ ਸਾਨੂੰ ਸੰਭਾਲ ਕੇ ਰੱਖਿਆ। ਅਤੇ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅੱਜ ਦੇਖਾਂਗੇ। ਜਿਹੜਾ ਮੇਰਾ ਅੱਜ ਦਾ ਟੌਪਿਕ ਆ, ਅੱਜ ਦਾ ਵਿਸ਼ਾ ਆ, ਉਹ ਇਹ ਹੈ ਕਿ ਜਦੋਂ ਇੱਕ ਵਿਅਕਤੀ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦਾ ਹੈ ਜਾਂ ਚਰਚ ਦੇ ਵਿੱਚ ਆਉਂਦਾ ਹੈ, ਜਦੋਂ ਉਹ ਚੰਗਿਆਈ ਨੂੰ ਪਾ ਲੈਂਦਾ ਹੈ, ਆਪਣੀ ਦੁਨਿਆਵੀ ਚੰਗਿਆਈ ਨੂੰ ਪਾ ਲੈਂਦਾ ਹੈ, ਸਰੀਰਕ ਰੋਗ ਤੋਂ ਚੰਗਾ ਹੋ ਜਾਂਦਾ ਹੈ, ਚਾਹੇ ਉਹ ਕਿਹੋ ਜਿਹਾ ਵੀ ਰੋਗ ਹੈ, ਚਾਹੇ ਉਹ ਦੁਸ਼ਟ ਆਤਮਾ ਤੋਂ ਚੰਗਾ ਹੋ ਜਾਂਦਾ ਹੈ, ਚਾਹੇ ਉਹ ਹਾਰਟ ਪ੍ਰੋਬਲਮ ਤੋਂ ਚੰਗਾ ਹੁੰਦਾ, ਚਾਹੇ ਉਹ ਸ਼ੂਗਰ ਤੋਂ, ਕੈਂਸਰ ਤੋਂ ਜਾਂ ਟੀਬੀ ਤੋਂ, ਇਹੋ ਜਿਹੀ ਕੋਈ ਵੀ ਬਿਮਾਰੀ ਜਿਸ ਤੋਂ ਉਹ ਫ੍ਰੀ ਹੋ ਜਾਂਦਾ ਹੈ, ਚੰਗਾ ਹੋ ਜਾਂਦਾ ਹੈ, ਜਾਂ ਉਹ ਦੁਸ਼ਟ ਆਤਮਾ ਦੇ ਕਾਰਨ ਬਿਮਾਰ ਹੁੰਦਾ ਹੈ, ਦੁਸ਼ਟ ਆਤਮਾ ਉਸ ਦੇ ਵਿੱਚੋਂ ਨਿਕਲ ਜਾਂਦੀਆਂ, ਬਿਮਾਰੀਆਂ ਚਲੇ ਜਾਂਦੀਆਂ, ਕਿ ਉਹ ਜਦੋਂ ਚੰਗਾ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਦੁਬਾਰਾ ਫਿਰ ਬਿਮਾਰ ਹੋ ਸਕਦਾ ਹੈ। ਅੱਜ ਮੇਰਾ ਟੌਪਿਕ ਇਹੀ ਆ। ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਣਾ ਆ ਕਿ ਇੱਕ ਇਨਸਾਨ ਜਦੋਂ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦਾ, ਜਦੋਂ ਚਰਚ ਦੇ ਵਿੱਚ ਆਉਂਦਾ, ਸੇਵਕ ਦੇ ਕੋਲ ਆਉਂਦਾ, ਜੋ ਮੈਨ ਆਫ ਗੋਡ ਹੈ, ਜੋ ਅਭਿਸ਼ਿਕਤ ਦੇ ਕੋਲ ਆਉਂਦਾ ਹੈ, ਜੋ ਖੁਦਾ ਦੇ ਵੱਲੋਂ ਠਹਿਰਾਏ ਹੁੰਦੇ ਆ, ਉਹਨਾਂ ਦੇ ਜਦੋਂ ਕੋਲ ਇੱਕ ਇਨਸਾਨ ਆਉਂਦਾ ਆ ਤਾਂ ਉਹ ਡੈਫੀਨੇਟਲੀ ਚੰਗਾ ਹੋ ਜਾਂਦਾ ਆ। ਅਸੀਂ ਅੱਜ ਇਹ ਦੇਖਾਂਗੇ ਕਿ ਉਹ ਦੁਬਾਰਾ ਬਿਮਾਰ ਅਗਰ ਹੁੰਦਾ ਆ ਤਾਂ ਕਿਉਂ ਹੁੰਦਾ ਆ, ਕਿ ਹੋ ਸਕਦਾ ਜਾਂ ਨਹੀਂ ਹੋ ਸਕਦਾ। ਅਸੀਂ ਬਾਈਬਲ ਦੇ ਵਿੱਚੋਂ ਦੇਖਾਂਗੇ। ਕਈ ਵਾਰ ਅਸੀਂ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਉੱਤੇ ਯਕੀਨ ਕਰ ਲੈਂਦੇ ਆ, ਪਰ ਨਹੀਂ, ਅਸੀਂ ਸੁਣੀਆਂ ਸੁਣਾਈਆਂ ਗੱਲਾਂ ਉੱਤੇ ਯਕੀਨ ਨਹੀਂ ਕਰਨਾ। ਅਸੀਂ ਸਾਡੀ ਜਿਹੜੀ ਆ ਬੁਨਿਆਦ ਹੈ ਉਹ ਬਾਈਬਲ ਹੈ। ਅਸੀਂ ਬਾਈਬਲ ਦੇ ਵਿੱਚੋਂ ਦੇਖਣਾ ਕਿ ਇੱਕ ਵਿਅਕਤੀ ਦੁਆਰਾ ਚੰਗਾ ਹੋ ਕੇ ਦੁਬਾਰਾ ਬਿਮਾਰ ਹੋ ਸਕਦਾ ਜਾਂ ਨਹੀਂ ਹੋ ਸਕਦਾ। ਆਓ ਮੈਂ ਤੁਹਾਡੇ ਲਈ ਇੱਕ ਵਚਨ ਨੂੰ ਪੜ੍ਹਾਂਗਾ, ਤੁਸੀਂ ਮੇਰੇ ਨਾਲ ਸਾਰੇ ਜਾਣੇ ਖੋਲ੍ਹ ਲਓ। ਮਰਕੁਸ਼ ਦੀ ਕਿਤਾਬ, ਮਰਕੁਸ਼ ਦੀ ਅੰਜੀਲ, ਉਹਦਾ 5ਵਾਂ ਅਧਿਆਏ। ਉੱਥੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ 12 ਸਾਲ ਦੀ ਰੋਗਣ ਦਾ ਜ਼ਿਕਰ ਹੁੰਦਾ ਆ। 12 ਸਾਲ ਦੀ ਜਿਹੜੀ ਔਰਤ ਹੈ, ਜਦੋਂ ਉਹ ਯਿਸੂ ਮਸੀਹ ਦਾ ਪੱਲਾ ਛੂੰਹਦੀ ਆ ਤਾਂ ਚੰਗੀ ਹੋ ਜਾਂਦੀ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਉਹ ਚੰਗੀ ਹੋ ਜਾਂਦੀ ਆ, ਪਰ ਯਿਸੂ ਮਸੀਹ ਉਸ ਨੂੰ ਕੁਝ ਕਹਿੰਦੇ ਆ। ਮੈਂ ਪੜ੍ਹਾਂਗਾ ਤੁਹਾਡੇ ਲਈ ਵਚਨ ਦੇ ਵਿੱਚ 34 ਵਚਨ ਨੂੰ ਪੜ੍ਹਾਂਗਾ। 34 ਦੀ 34 ਆਇਤ। ਜਦੋਂ ਔਰਤ ਚੰਗੀ ਹੋ ਜਾਂਦੀ ਤਾਂ ਯਿਸੂ ਮਸੀਹ ਉਹਨੂੰ ਕੀ ਕਹਿੰਦੇ ਆ? ਉਸਨੇ ਉਸਸੇ ਕਹਾ, ਪੁੱਤਰੀ ਤੇਰੇ ਵਿਸ਼ਵਾਸ ਨੇ ਤੁਝੇ ਚੰਗਾ ਕੀਤਾ ਹੈ। ਯਿਸੂ ਮਸੀਹ ਪਹਿਲਾਂ ਕਹਿੰਦਾ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ, ਕਿਉਂਕਿ ਉਹ ਔਰਤ ਜਿਹੜੀ ਆ 12 ਸਾਲ ਦੀ ਆ, ਉਹਨੇ ਵਿਸ਼ਵਾਸ ਦੇ ਨਾਲ ਯਿਸੂ ਮਸੀਹ ਦੇ ਪੱਲੇ ਨੂੰ ਫੜਿਆ, ਛੂਹਿਆ ਤੇ ਉਹ ਚੰਗੀ ਹੋ ਗਈ। ਯਿਸੂ ਮਸੀਹ ਕਹਿੰਦਾ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ, ਕੁਸ਼ਲ ਸੇ ਜਾ, ਕਹਿੰਦਾ ਖੁਸ਼ੀ ਦੇ ਨਾਲ ਜਾ, ਔਰ ਆਪਣੀ ਇਸ ਬਿਮਾਰੀ ਸੇ ਬਚੀ ਰਹਿ। ਧਿਆਨ ਨਾਲ ਸੁਣਨਾ, ਯਿਸੂ ਮਸੀਹ ਕਹਿੰਦਾ ਆਪਣੀ ਇਸ ਬਿਮਾਰੀ ਸੇ ਬਚੀ ਰਹਿ। ਇਹਦਾ ਮਤਲਬ ਕੀ ਹੈ ਕਿ ਉਹ ਚੰਗੀ ਤਾਂ ਹੋ ਗਈ ਯਿਸੂ ਮਸੀਹ ਦਾ ਪੱਲਾ ਛੂਹ ਕੇ, ਤੇ ਯਿਸੂ ਮਸੀਹ ਨੇ ਉੱਥੇ ਇਹ ਨਹੀਂ ਕਿਹਾ ਜਾ ਤੂੰ ਠੀਕ ਹੋ ਗਈ ਆ, ਹੁਣ ਤੂੰ ਜੋ ਮੇਰੇ ਅੰਦਰ ਸਾਮਰਥ ਸੀ ਉਹ ਸਾਮਰਥ ਨੇ ਤੈਨੂੰ ਚੰਗਾ ਕਰਤਾ, ਜਾ ਚਲੀ ਜਾ, ਦੁਬਾਰਾ ਬਿਮਾਰ ਨਹੀਂ ਹੋਊਗੀ। ਇਹ ਨਹੀਂ ਕਿਹਾ ਯਿਸੂ ਮਸੀਹ ਨੇ। ਨਹੀਂ, ਕਹਿੰਦਾ ਤੂੰ ਆਪਣੀ ਇਸ ਬਿਮਾਰੀ ਤੋਂ ਬਚੀ ਰਹਿ। ਇਹਦਾ ਕਹਿਣ ਦਾ ਮਤਲਬ ਕਿ ਦੁਬਾਰਾ ਬਿਮਾਰੀ ਤੇਰੇ ਜੀਵਨ ਦੇ ਵਿੱਚ ਨਾ ਆ ਜਾਵੇ, ਤੈਨੂੰ ਬਚਣਾ ਪਏਗਾ। ਹਾਲੇਲੂਇਆ। ਤੇ ਦੇਖੋ, ਇਹ ਜਿਹੜੀ ਔਰਤ ਸੀ, ਇਹ ਕਿਸੇ ਪਾਸਟਰ ਦੇ ਦੁਆਰਾ, ਕਿਸੇ ਸੇਵਕ ਦੇ ਦੁਆਰਾ ਜਾਂ ਕਿਸੇ ਨਬੀ ਦੇ ਦੁਆਰਾ ਚੰਗੀ ਨਹੀਂ ਹੋਈ ਸੀ, ਬਲਕਿ ਇਹ ਪ੍ਰਭੂਆਂ ਦੇ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਦੁਆਰਾ ਚੰਗੀ ਹੋਈ ਸੀ, ਜਦੋਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਤੇ ਸੀਗੇ। ਪਰ ਯਿਸੂ ਮਸੀਹ ਨੇ ਇਹਨੂੰ ਕੀ ਕਿਹਾ? ਇਸ ਬਿਮਾਰੀ ਤੂੰ ਚੰਗੀ ਹੋ ਗਈ ਆ, ਦੇਖ ਕੋਈ ਸ਼ੱਕ ਨਹੀਂ ਤੂੰ ਠੀਕ ਹੋ ਗਈ ਆ, ਪਰ ਤੈਨੂੰ ਕੀ ਕਰਨਾ ਪਏਗਾ? ਇਸ ਬਿਮਾਰੀ ਤੋਂ ਬਚਿਆ ਰਹਿਣਾ ਪਏਗਾ। ਅਸੀਂ ਹੁਣ ਸਵਾਲ ਉੱਠਦਾ, ਅਸੀਂ ਕਿੱਦਾਂ ਇਸ ਬਿਮਾਰੀ ਤੋਂ ਬਚੇ ਰਹੀਏ? ਕਿੱਦਾਂ ਬਚੇ ਰਹੀਏ? ਚੰਗੇ ਤਾਂ ਹੋ ਗਏ ਆ, ਇਹਦਾ ਮਤਲਬ ਚੰਗੇ ਹਮੇਸ਼ਾ ਕਿੱਦਾਂ ਰਹੀਏ? ਹਾਲੇਲੂਇਆ। ਮੈਂ ਇੱਕ ਤੁਹਾਡੇ ਲਈ ਵਚਨ ਹੋਰ ਪੜ੍ਹਾਂਗਾ, ਮੇਰੇ ਨਾਲ ਤੁਸੀਂ ਖੋਲ੍ਹ ਲਓ। ਯਹੋੰਨਾ ਦੀ ਅੰਜੀਲ, ਉਹਦਾ 5ਵਾਂ ਅਧਿਆਇ ਤੋਂ ਸ਼ੁਰੂ ਹੋ ਜਾਂਦਾ ਹੈ। ਜਦੋਂ ਉੱਥੇ ਇੱਕ ਝੀਲ ਦੇ ਕਿਨਾਰੇ 38 ਸਾਲ ਤੋਂ ਜਿਹੜਾ ਰੋਗੀ ਆ ਉਹ ਪਿਆ ਹੁੰਦਾ, ਤੇ ਯਿਸੂ ਮਸੀਹ ਉਹਦੇ ਕੋਲ ਆਉਂਦਾ ਆ। ਤੇ ਤੁਸੀਂ ਉਸ ਘਟਨਾ ਨੂੰ ਬਹੁਤ ਸਾਰਿਆਂ ਨੇ ਪੜ੍ਹਿਆ ਹੋਵੇਗਾ। ਯਹੋੰਨਾ ਦੀ ਅੰਜੀਲ 5ਵੇਂ ਅਧਿਆਏ ਦੇ ਵਿੱਚ ਲਿਖਿਆ ਹੋਇਆ। ਤਾਂ ਉਹ ਯਿਸੂ ਮਸੀਹ ਉਹ 38 ਸਾਲਾਂ ਦੇ ਰੋਗੀ ਨੂੰ ਜਦੋਂ ਚੰਗਾ ਕਰ ਦਿੰਦੇ ਆ ਤਾਂ ਕੀ ਹੁੰਦਾ ਆ? ਮੈਂ ਪੜ੍ਹਾਂਗਾ, ਬਾਕੀ ਤੁਸੀਂ ਸਾਰੀ ਘਟਨਾ ਨੂੰ ਤੁਸੀਂ ਬਾਈਬਲ ਦੇ ਵਿੱਚ 5ਵੇਂ ਅਧਿਆਏ ਦੇ ਵਿੱਚ ਪੜ੍ਹ ਲੈਣਾ। ਪਰ ਮੈਂ ਉਸ ਸਥਾਨ ਤੋਂ ਪੜ੍ਹਾਂਗਾ ਜਦੋਂ ਯਿਸੂ ਮਸੀਹ ਉਹਨੂੰ ਚੰਗਾ ਕਰ ਦਿੰਦੇ ਆ, ਤੇ ਚੰਗਾ ਜਦੋਂ ਹੋ ਕੇ ਉਹ ਚਲਾ ਜਾਂਦਾ ਆ, ਤੇ ਕੁਛ ਦਿਨਾਂ ਬਾਅਦ ਯਿਸੂ ਮਸੀਹ ਨੂੰ ਦੁਬਾਰਾ ਫਿਰ ਮਿਲਦੇ ਆ ਮੰਦਿਰ ਦੇ ਵਿੱਚ। ਤਾਂ ਯਿਸੂ ਮਸੀਹ ਕੀ ਕਹਿੰਦਾ ਆ? 14 ਆਇਤ, 5 ਦੀ 14, ਯਹੋੰਨਾ। इन बातों के बाद वह यीशु को मंदिर में मिला। यीशु ने उससे कहा,
देख तू चंगा हो गया है, फिर से पाप मत करना, ऐसा ना हो कि इससे कोई भारी विपत्ति तुझ पर आ पड़े। ਹਾਲੇਲੂਇਆ। ਯਿਸੂ ਮਸੀਹ ਕਹਿੰਦਾ ਦੇਖ ਤੂੰ ਬਿਮਾਰੀ ਤੋਂ ਚੰਗਾ ਹੋ ਗਿਆ ਆ, ਤੇ ਹੁਣ ਤੂੰ ਕੀ ਨਹੀਂ ਕਰਨਾ, ਪਾਪ ਨਹੀਂ ਕਰਨਾ। ਕਿਤੇ ਇਹ ਨਾ ਹੋਵੇ ਇਹ ਜਿਹੜੀ ਪਹਿਲਾਂ ਤੇਰੀ ਬਿਮਾਰੀ ਸੀ ਇਸ ਤੋਂ ਵੀ ਵੱਡੀ ਬਿਮਾਰੀ ਤੇਰੇ ਕੋਲ ਆ ਜਾਏ, ਪਹਿਲਾਂ ਨਾਲੋਂ ਜ਼ਿਆਦਾ ਦੁੱਖ ਆ ਜਾਏ। ਹਾਲੇਲੂਇਆ। ਇਸ ਲਈ ਬਾਈਬਲ ਦੇ ਵਿੱਚ ਇਹ ਵੀ ਲਿਖਿਆ ਵਾ, ਜਦੋਂ ਦੁਸ਼ਟ ਆਤਮਾ ਜਾਂਦੀਆਂ ਆ, ਜਦੋਂ ਦੁਸ਼ਟ ਆਤਮਾ ਨੂੰ ਕੱਢ ਦਿੱਤਾ ਜਾਂਦਾ ਆ, ਉਹ ਆਪਣੇ ਨਾਲੋਂ 7 ਹੋਰ ਲੈ ਕੇ ਆਉਂਦੀਆਂ। ਕਾਰਨ ਕੀ ਆ ਲੈ ਕੇ ਆਉਣ ਦਾ? ਕਿਉਂਕਿ ਜਦੋਂ ਇੱਕ ਇਨਸਾਨ ਬਿਮਾਰੀ ਤੋਂ ਚੰਗਾ ਹੋ ਜਾਂਦਾ ਆ, ਬਿਮਾਰੀ ਤੋਂ ਚੰਗਾ ਹੋ ਜਾਂਦਾ ਆ, ਆਪਣੀ ਹਾਰਟ ਦੀ ਪ੍ਰੋਬਲਮ ਤੋਂ, ਆਪਣੇ ਨਸ਼ਿਆਂ ਤੋਂ, ਆਪਣੀ ਕੋਈ ਵੀ ਪ੍ਰੋਬਲਮ ਹੈ, ਸ਼ੂਗਰ, ਟੀਵੀ, ਜੋ ਵੀ ਬਿਮਾਰੀ ਕੋਈ ਵੀ ਆ, ਉਸ ਤੋਂ ਚੰਗਾ ਹੋ ਜਾਂਦਾ ਆ। ਪਰ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੈ, ਪ੍ਰਭੂ ਯਿਸੂ ਮਸੀਹ ਕਹਿੰਦਾ ਇਸ ਬਿਮਾਰੀ ਤੋਂ ਬਚੇ ਰਹਿਣਾ ਆ ਤੇ ਕੀ ਕਰਨਾ ਆ, ਪਾਪ ਨਹੀਂ ਕਰਨਾ ਆ। ਜਿਹੜਾ ਪਾਪ, ਜਦੋਂ ਇੱਕ ਇਨਸਾਨ ਚੰਗਾ ਹੋ ਜਾਂਦਾ ਉਸ ਤੋਂ ਬਾਅਦ ਪਾਪ ਨਹੀਂ ਕਰਦਾ, ਉਸਦੀ ਜ਼ਿੰਦਗੀ ਦੇ ਵਿੱਚ ਬਿਮਾਰੀ ਦੁਆਰਾ ਨਹੀਂ ਆਏਗੀ। ਹਾਲੇਲੂਇਆ। ਯਿਸੂ ਮਸੀਹ ਨੇ ਇਹ ਨਹੀਂ ਕਿਹਾ 38 ਸਾਲ ਦੇ ਰੋਗੀ ਨੂੰ ਜਾ ਕੇ ਮੈਂ ਤੈਨੂੰ ਚੰਗਾ ਕਰ ਦਿੱਤਾ ਆ ਕਿ ਤੂੰ ਹੁਣ ਤੂੰ ਬਿਮਾਰ ਨਹੀਂ ਹੋਏਗਾ। ਨਹੀਂ, ਯਿਸੂ ਮਸੀਹ ਨੇ ਇਹ ਨਹੀਂ ਕਿਹਾ ਹੈਗਾ। ਕਹਿੰਦਾ ਆਪਣੀ ਬਿਮਾਰੀ ਤੋਂ ਬਚੀ ਰਹਿ, ਤੇ 38 ਸਾਲ ਦੇ ਰੋਗੀ ਨੂੰ ਕਿਹਾ ਦੇਖ ਤੂੰ ਪਾਪ ਨਾ ਕਰੀ, ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡੀ ਮੁਸੀਬਤ ਦੇ ਵਿੱਚ ਨਾ ਕਦੇ ਫਸ ਜਾਏ। ਹਾਲੇਲੂਇਆ। ਤੇ ਕਈ ਵਾਰ ਸਾਡੇ ਮਨ, ਬਹੁਤ ਸਾਰੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ, ਬਹੁਤ ਸਾਰੇ ਕਿ ਜੀ ਦੇਖੋ ਤੁਸੀਂ ਉੱਥੇ ਗਏ ਸੀਗੇ, ਚੰਗੇ ਹੋ ਗਏ, ਦੁਬਾਰਾ ਫਿਰ ਤੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਿਮਾਰੀ ਆ ਗਈ। ਉਹ ਜਿਹੜੀ ਚੰਗਾਈ ਸੀ ਉਹ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਨਹੀਂ ਸੀ, ਉਹ ਪਰਮੇਸ਼ਰ ਵੱਲੋਂ ਨਹੀਂ ਸੀ, ਉਹ ਸੇਵਕ ਸ਼ੈਤਾਨ ਦੇ ਵੱਲੋਂ ਆ। ਇਹੋ ਜਿਹੀਆਂ ਗੱਲਾਂ ਬਹੁਤ ਸਾਰੇ ਲੋਕ ਵਿਸ਼ਵਾਸੀਆਂ ਦੇ ਨਾਲ ਕਰਦੇ ਆ, ਬਹੁਤ ਸਾਰੇ ਸੇਵਕ ਵੀ ਇਹੋ ਜਿਹੀਆਂ ਗੱਲਾਂ ਕਰਦੇ ਆ। ਅਗਰ ਇਹ ਚੰਗਾਈ ਪਰਮੇਸ਼ਰ ਦੇ ਵੱਲੋਂ ਹੁੰਦੀ ਤਾਂ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਣੀ ਨਾ ਰਹਿੰਦੀ? ਉਹ ਕਿਹੜੇ ਵਚਨ ਨੂੰ ਕੋਟ ਕਰਦੇ ਆ ਕਿ ਦੇਖੋ ਜੀ ਯਿਸੂ ਮਸੀਹ ਦੇਖ ਕੇ ਕਦੇ ਵਾਪਸ ਨਹੀਂ ਲੈਂਦਾ ਹੈਗਾ। ਹਾਂ ਠੀਕ ਹੈ, ਉਹ ਦੇ ਕੇ ਵਾਪਸ ਨਹੀਂ ਲੈਂਦਾ, ਪਰ ਪਾਪ ਹੈ ਜੋ ਤੁਹਾਨੂੰ ਉਹ ਯਿਸੂ ਮਸੀਹ ਤੋਂ ਦੂਰ ਕਰ ਦਿੰਦਾ ਆ, ਤੇ ਜਿਸ ਦੇ ਕਾਰਨ ਸ਼ੈਤਾਨ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਪਾਪ ਆਉਂਦਾ ਆ, ਇਹ ਬੁਰਾਈ ਆਉਂਦੀ ਆ, ਉਹ ਜਦੋਂ ਪਾਪ ਆਉਂਦਾ ਆ ਤੇ ਬਾਈਬਲ ਕਹਿੰਦੀ ਆ ਕਿ ਸ਼ੈਤਾਨ ਜਿਹੜਾ ਆ ਉਹ ਪਾਪ ਲੈ ਕੇ ਆਉਂਦਾ। ਜਦੋਂ ਪਾਪ ਆ ਜਾਂਦਾ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਉਹ ਫਿਰ ਤੋਂ ਬਿਮਾਰੀ ਦੇ ਵਿੱਚ ਚਲਾ ਜਾਂਦਾ, ਭਾਵੇਂ ਉਹ ਸੇਮ ਬਿਮਾਰੀ ਦੇ ਵਿੱਚ ਵਾਪਸ ਜਾਏ ਜਾਂ ਕਿਸੇ ਹੋਰ ਵੱਡੀ ਮੁਸੀਬਤ ਦੇ ਵਿੱਚ ਫਸ ਜਾਏ। ਇਹ ਬਿਮਾਰੀ ਜਿਹੜੀ ਆ ਉਹ ਤਾਂ ਚੰਗੀ ਹੋ ਗਈ ਸੀਗੀ ਜਦੋਂ ਤੁਸੀਂ ਖੁਦਾਵੰਦ ਸੇਵਕਾਂ ਦੇ ਕੋਲ ਗਏ। ਉਹ ਦੁਬਾਰਾ ਫਿਰ ਤੋਂ ਆਉਣ ਦਾ ਕਾਰਨ ਇਹੀ ਆ ਕਿ ਤੁਸੀਂ ਆਪਣੇ ਪਾਪ ਤੋਂ ਬਚੇ ਨਹੀਂ ਰਹੇ। ਜਿਸ ਸੇਵਕ ਦੇ ਦੁਆਰਾ ਤੁਸੀਂ ਚੰਗੇ ਹੋਏ ਸੀਗੇ, ਜੋ ਉਸ ਦੇ ਦੁਆਰਾ ਜੋ ਤੁਹਾਨੂੰ ਆਗਿਆਵਾਂ ਦਿੱਤੀਆਂ ਗਈਆਂ ਸੀਗੀਆਂ ਕਿ ਇਹ ਕੰਮ ਨਹੀਂ ਕਰਨੇ, ਤਾਂ ਤੁਸੀਂ ਉਹ ਆਗਿਆ ਨੂੰ ਨਹੀਂ ਸੁਣਿਆ ਜਾਂ ਨਹੀਂ ਮੰਨਿਆ, ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਪਾਪ ਆ ਗਿਆ। ਪਾਪ ਦੇ ਕਾਰਨ ਫਿਰ ਤੋਂ ਬਿਮਾਰੀ ਆ ਗਈ। ਇਹੋ ਜਿਹੇ ਗੁੰਮਰਾਹ ਕਰਨ ਵਾਲੇ ਲੋਕ ਜਿਹੜੇ ਆ ਕਿ ਦੇਖੋ ਜੀ ਤੁਸੀਂ ਚੰਗੇ ਹੋ ਗਏ, ਦੁਬਾਰਾ ਫਿਰ ਤੋਂ ਕਿਉਂ ਬਿਮਾਰ ਹੋ ਗਏ? ਅਗਰ ਪਰਮੇਸ਼ਰ ਦੇ ਵੱਲੋਂ ਉਹ ਚੰਗਾਈ ਹੁੰਦੀ ਤੁਹਾਡੀ ਜ਼ਿੰਦਗੀ 'ਚ ਰਹਿੰਦੀ ਨਹੀਂ, ਪਰਮੇਸ਼ਰ ਦੇ ਵੱਲੋਂ ਹੀ ਉਹ ਚੰਗਾਈ ਸੀਗੀ, ਤੇ ਤੁਸੀਂ ਉਸ ਚੰਗਿਆਈ ਨੂੰ ਬਣਾ ਕੇ ਨਹੀਂ ਰੱਖਿਆ, ਤੁਸੀਂ ਬਚੇ ਨਹੀਂ ਰਹੇ ਪਾਪ ਤੋਂ। ਇਹੀ ਕਾਰਨ ਹੈ ਕਿ ਤੁਸੀਂ ਦੁਬਾਰਾ ਫਿਰ ਤੋਂ ਬਿਮਾਰ ਹੋ ਗਏ, ਫਿਰ ਤੋਂ ਦੁਸ਼ਟ ਆਤਮਾ ਦੇ ਵਿੱਚ ਚਲੇ ਗਏ, ਫਿਰ ਤੋਂ ਉਹਨਾਂ ਸਮੱਸਿਆ ਦੇ ਵਿੱਚੋਂ ਫਿਰ ਤੋਂ ਉਲਝ ਗਏ। ਅੱਜ ਬਹੁਤ ਸਾਰੇ ਲੋਕ ਸੇਵਕਾਂ ਨੂੰ ਬਦਨਾਮ ਕਰਨ ਲੱਗ ਪੈਂਦੇ ਆ, ਜੇ ਅਸੀਂ ਜੀ ਉੱਥੇ ਗਏ ਸੀਗੇ ਜੀ ਅਸੀਂ ਚੰਗੇ ਨਹੀਂ ਹੋਏ। ਚੰਗਾ ਤਾਂ ਹੋਇਆ ਸੀਗਾ, ਦੁਬਾਰਾ ਫਿਰ ਤੋਂ ਤੇਰੀ ਜ਼ਿੰਦਗੀ 'ਚ ਬਿਮਾਰੀ ਗਈ। ਉਹੀ ਬਿਮਾਰੀ 6 ਮਹੀਨੇ ਬਾਅਦ, ਸਾਲ ਬਾਅਦ, 2 ਮਹੀਨਿਆਂ ਬਾਅਦ, ਜਾਂ 3 ਸਾਲਾਂ ਬਾਅਦ, ਜਾਂ 8 ਸਾਲਾਂ ਬਾਅਦ ਕਿਉਂ ਆਉਂਦੀ ਆ? ਪ੍ਰੋਬਲਮ ਦੁਆਰਾ ਕਿਉਂ ਆਉਂਦੀ ਆ? ਕਾਰਨ ਇਹੀ ਹੈ ਕਿ ਤੁਸੀਂ ਖੁਦਾ ਦੇ ਵਚਨ ਦੇ ਅਨੁਸਾਰ ਨਹੀਂ ਚੱਲੇ, ਆਪਣੇ ਜੀਵਨ ਨੂੰ ਨਹੀਂ ਬਦਲਿਆ, ਆਪਣੀ ਸੋਚ ਨੂੰ, ਆਪਣੇ ਖਿਆਲਾਂ ਨੂੰ, ਆਪਣੀ ਬੋਲਚਾਲ, ਆਪਣੇ ਦੇਖਣੇ ਉੱਠਣੇ ਨੂੰ, ਆਪਣੀ ਜ਼ਿੰਦਗੀ ਦੇ ਵਿੱਚ ਉਹ ਬੁਰੇ ਕੰਮਾਂ ਨੂੰ ਨਹੀਂ ਤਿਆਗਿਆ, ਜਿਸ ਦੇ ਕਾਰਨ ਉਹ ਬਿਮਾਰੀਆਂ, ਉਹ ਦੁਸ਼ਟ ਆਤਮਾ ਫਿਰ ਤੋਂ ਆ ਗਈਆਂ। ਹਾਲੇਲੂਇਆ। ਇਹੀ ਕਾਰਨ ਹੈ ਕਿ ਇੱਕ ਇਨਸਾਨ ਜਦੋਂ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦਾ ਆ, ਸੇਵਕਾਂ ਦੇ ਕੋਲ ਜਾਂਦਾ ਹੈ, ਚਰਚ ਦੇ ਵਿੱਚ ਜਾਂਦਾ, ਉਹ ਚੰਗਾ ਤਾਂ ਹੋ ਜਾਂਦਾ ਹੈ, ਪਰ ਦੁਬਾਰਾ ਕਿਉਂ ਫਸਦਾ ਆ? ਮੇਰਾ ਵਿਸ਼ਵਾਸ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਏਗਾ ਕਿ ਅਸੀਂ ਦੁਬਾਰਾ ਕਿਉਂ ਫਸਦੇ ਹਾਂ ਪ੍ਰੋਬਲਮਸ ਦੇ ਵਿੱਚ, ਬਿਮਾਰੀਆਂ ਦੇ ਵਿੱਚ, ਦੁਸ਼ਟ ਆਤਮਾ ਦੇ ਵਿੱਚ। ਇਹੀ ਕਾਰਨ ਹੈ ਕਿ ਅਸੀਂ ਬਚੇ ਨਹੀਂ ਰਹਿੰਦੇ, ਅਸੀਂ ਖੁਦਾ ਦੇ ਕਲਾਮ ਦੇ ਉੱਤੇ ਨਹੀਂ ਚੱਲਦੇ, ਅਸੀਂ ਸੇਵਕਾਂ ਦਾ ਕਹਿਣਾ ਨਹੀਂ ਮੰਨਦੇ, ਬਾਈਬਲ ਦਾ ਕਹਿਣਾ ਨਹੀਂ ਮੰਨਦੇ, ਪ੍ਰਭੂ ਯਿਸੂ ਮਸੀਹ ਦਾ ਵਚਨ ਦੇ ਅਨੁਸਾਰ ਨਹੀਂ ਚੱਲਦੇ। ਇਹੀ ਕਾਰਨ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਾਰ-ਬਾਰ ਉਹਨਾਂ ਹੀ ਸਮੱਸਿਆ ਦੇ ਵਿੱਚ ਅਸੀਂ ਫਸਦੇ ਜਾਂਦੇ ਹਾਂ। ਬਹੁਤ ਸਾਰੇ ਅੱਜ ਮਸੀਹੀ ਲੋਕ ਆ ਜਿਹੜੇ ਬਾਰ-ਬਾਰ ਉਹਨਾਂ ਹੀ ਸਮੱਸਿਆ ਦੇ ਵਿੱਚ ਫਸਦੇ ਜਾ ਰਹੇ ਆ। ਮੇਰੇ ਭੈਣ ਤੋਂ ਭਰਾਵੋ, ਸਾਨੂੰ ਬਚੇ ਰਹਿਣ ਦੀ ਜ਼ਰੂਰਤ ਹੈ। ਪ੍ਰਭੂ ਯਿਸੂ ਮਸੀਹ ਕਹਿੰਦਾ ਆ ਤੇ ਪਾਪ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਤਿਆਗਣਾ ਆ, ਤੇ ਜਦੋਂ ਅਸੀਂ ਪਾਪ ਨੂੰ ਤਿਆਗ ਦੇਵਾਂਗੇ ਫਿਰ ਹਮੇਸ਼ਾ ਉਹ ਚੰਗਾਈ ਬਣੀ ਰਹੇਗੀ। ਹਾਲੇਲੂਇਆ। ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਇਹ ਵਚਨ ਦੇ ਦੁਆਰਾ ਪ੍ਰਭੂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ। ਸਾਰਿਆਂ ਨੂੰ ਜੈ ਮਸੀਹ ਦੀ।